welcome on my channel, and today I'm here with new informative video. I hope this is very informative for you and important for you. This video for nurses and for the final year students who want to settle in Australia. There are so many ways to settle in Australia as a registered nurse. For example, you can join the graduation, post-graduation in any university of Australia, okay? But with the help of bachelors and masters, to reach at the registration, it is a longer process. And ਜਿਹੜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਪ੍ਰੋਸੈਸ ਦੀ ਉਹ ਜ਼ਿਆਦਾ ਲੌਂਗਰ ਨਹੀਂ ਹੈ, ਸ਼ਾਰਟ ਟਾਈਮ ਦੇ ਵਿੱਚ ਹੀ ਹੋ ਜਾਵੇਗਾ, ਬਟ ਉਹਦੇ ਵਿੱਚ ਤੁਹਾਨੂੰ ਥੋੜਾ ਹਾਰਡ ਵਰਕ ਜ਼ਿਆਦਾ ਕਰਨਾ ਪਵੇਗਾ। ਉਹ ਕੀ ਹੈਗਾ ਆ, ਸਪੈਸ਼ਲੀ ਨਰਸਿਸ ਵਾਸਤੇ ਜਿਨ੍ਹਾਂ ਨੇ BSc ਨਰਸਿੰਗ, ਪੋਸਟ ਬੇਸਿਕ BSc ਨਰਸਿੰਗ ਤੇ MSc ਨਰਸਿੰਗ ਕਰ ਰੱਖੀ ਆ, ਉਹਨਾਂ ਵਾਸਤੇ ਇੱਕ ਆਫਰ ਹੈਗਾ ਆ। ਜਿਵੇਂ ਇੱਕ ਪ੍ਰੋਗਰਾਮ ਉਧਰ ਪਹਿਲਾਂ ਸੀਗਾ ਬ੍ਰਿਜਿੰਗ ਪ੍ਰੋਗਰਾਮ, ਉਹ ਫੈਬਰੂਰੀ 2020 ਤੱਕ ਸੀਗਾ ਤੇ 21 ਫੈਬ 2020 ਤੋਂ ਬਾਅਦ ਉਹਦਾ ਨਾਮ ਚੇਂਜ ਹੋ ਗਿਆ ਆ OBA, ਜੋ ਕਿ ਓਵਰਸੀਜ਼ ਨਰਸਿਸ ਵਾਸਤੇ ਨੇ, ਇੰਟਰਨੈਸ਼ਨਲੀ ਕੁਆਲੀਫਾਈਡ ਨਰਸਿਸ ਵਾਸਤੇ ਨੇ, ਓਕੇ। ਉਸ ਪ੍ਰੋਸੈਸ ਦਾ ਨਾਮ ਹੈਗਾ ਜੀ OBA, ਜਿਹਨੂੰ ਆਪਾਂ ਆਊਟਕਮ ਬੇਸਡ ਅਸੈਸਮੈਂਟ ਕਹਿੰਦੇ ਆ। ਅੱਜ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਜਿਹੜੀ ਕਿ ਤੁਹਾਨੂੰ ਹੈਲਪਫੁਲ ਹੋਵੇ। OBA ਪ੍ਰੋਸੈਸ ਦੇ ਵਿੱਚ ਕਾਫੀ ਸਾਰੇ ਸਟੈਪਸ ਨੇ। ਉਹਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਪਹਿਲਾ ਹੈਗਾ ਸੈਲਫ ਚੈੱਕ, ਉਸ ਤੋਂ ਬਾਅਦ ਪਾਰਟ 1 ਓਰੀਐਂਟੇਸ਼ਨ, ਦੈਨ ਪੋਰਟਫੋਲੀਓ, MCQ ਐਂਡ OSCE, ਦ ਲਾਸਟ ਵਨ ਰਜਿਸਟ੍ਰੇਸ਼ਨ, ਜਿਹੜਾ ਸਾਡਾ ਮੇਨ ਏਮ ਹੋਊਗਾ OBA ਦੇ ਵਿੱਚ। ਸੈਲਫ ਚੈੱਕ ਦੇ ਵਿੱਚ ਐਕਚੁਅਲੀ ਹੁੰਦਾ ਕੀ ਆ, ਇਹਦੇ ਵਿੱਚ ਐਪਲੀਕੈਂਟ ਲੌਗਇਨ ਕਰਦਾ ਆ ਆਫਰਾ ਦੀ ਵੈਬਸਾਈਟ ਤੇ। ਆਫਰਾ ਹੈ ਕੀ ਐਕਚੁਅਲੀ, ਇਹ ਇੱਕ ਏਜੰਸੀ ਹੈਗੀ ਆ ਜਿਹੜੀ ਹੈਲਥ ਪ੍ਰੋਫੈਸ਼ਨਲ ਨੂੰ ਡੀਲ ਕਰਦੀ ਹੈ। ਇਹਦੀ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਇਹਦੀ ਫੁੱਲ ਫਾਰਮ ਹੈਗੀ ਆਸਟ੍ਰੇਲੀਅਨ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ। ਇਹਨੂੰ ਕੈਂਡੀਡੇਟ ਅਲਾਉ ਕਰਦਾ ਕਿ ਉਹ ਆਫਰਾ ਹੈਗਾ ਜਿਹੜਾ ਉਹ ਅਸੈਸ ਕਰ ਸਕੇ ਐਪਲੀਕੈਂਟ ਦੇ ਡਾਕੂਮੈਂਟਸ। ਕਿਹੜੇ ਡਾਕੂਮੈਂਟਸ? ਤੁਹਾਡੇ ਰਿਲੇਟਿਡ ਟੂ ਨਰਸਿੰਗ ਐਂਡ 10+2 ਆਲਸੋ, ਰਾਈਟ। ਤੇ ਜਦੋਂ ਅਸੈਸ ਕਰਨਾ ਸ਼ੁਰੂ ਕਰਨਾ ਹੁੰਦਾ ਹੈ ਆਫਰਾ ਨੇ, ਉਹ 3 ਕੈਟੇਗਰੀ ਦੇ ਵਿੱਚ ਤੁਹਾਨੂੰ ਮੈਚ ਕਰਕੇ ਦੇਖਦਾ। ਉਹ ਕਿਹੜੀਆਂ ਨੇ 3 ਕੈਟੇਗਰੀ? ਉਹ ਕੈਟੇਗਰੀ ਨੇ A, B ਤੇ C। ਕੈਟੇਗਰੀ A ਦੇ ਵਿੱਚ ਉਹ ਐਪਲੀਕੈਂਟ ਆਉਂਦੇ ਨੇ ਜਿਨ੍ਹਾਂ ਨੇ ਸਟੱਡੀ ਕੀਤੀ ਹੋਈ ਆ ਇੰਗਲਿਸ਼ ਸਪੀਕਿੰਗ ਕੰਟਰੀਜ਼ ਦੇ ਵਿੱਚ ਜਾਂ ਉੱਥੋਂ ਬਿਲੋਂਗ ਕਰਦੇ ਨੇ, ਜਿਵੇਂ ਯੂਰਪ ਸਾਈਡ ਤੇ ਹੋ ਗਿਆ, UK, ਆਸਟ੍ਰੇਲੀਆ ਇਟਸੈਲਫ ਐਂਡ ਕੈਨੇਡਾ। ਇਹਨਾਂ ਨੂੰ OBA ਦੇ ਵਿੱਚ ਡਾਇਰੈਕਟ ਰਜਿਸਟ੍ਰੇਸ਼ਨ ਮਿਲ ਜਾਂਦੀ, ਉਹ ਸਿਰਫ ਅਪਲਾਈ ਕਰਦੇ ਨੇ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਆਪਣੇ ਆਪ ਹੋ ਜੂਗੀ। ਬਟ B ਕੈਟੇਗਰੀ ਦੇ ਵਿੱਚ ਕੀ ਹੁੰਦਾ ਆ, B ਕੈਟੇਗਰੀ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਕੰਪਲੀਟ ਕਰਨਾ ਹੋਊਗਾ ਇੱਕ ਸਟੈਪ। ਉਹ ਕੀ ਆ? OBA ਆਊਟਕਮ ਬੇਸਡ ਅਸੈਸਮੈਂਟ, ਜਿਹਦੇ ਵਿੱਚ ਸਾਡਾ ਇੰਡੀਆ ਆਉਂਦਾ ਆ। ਸਾਡੇ ਵਾਸਤੇ ਇਹਨੂੰ ਕੰਪਲੀਟ ਕਰਨਾ ਕੰਪਲਸਰੀ ਆ। ਤੇ ਇੱਕ ਹੁੰਦੀ C ਕੈਟੇਗਰੀ, ਜਿਨ੍ਹਾਂ ਨੂੰ ਐਲੀਜੀਬਿਲਿਟੀ ਨਹੀਂ ਦਿੱਤੀ ਜਾਂਦੀ, ਉਹ ਨਾ ਤਾਂ ਡਾਇਰੈਕਟ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ, ਨਾ ਹੀ ਉਹ ਕੰਪਲੀਟ ਕਰਨ ਵਾਸਤੇ ਉਹਨਾਂ ਨੂੰ ਕਿਹਾ ਜਾਂਦਾ ਹੈ, ਨਾ ਹੀ ਉਹਨਾਂ ਦੀ ਰਿਕੁਆਇਰਮੈਂਟ ਬਣਦੀ ਹੈ ਕਿ OBA ਕੰਪਲੀਟ ਕਰਨ। ਉਹ ਨਾਟ ਐਲੀਜੀਬਲ ਹੁੰਦੇ ਨੇ। ਉਸ ਕੈਟੇਗਰੀ ਦੇ ਵਿੱਚ ਵੀ ਕੁਝ ਕੰਟਰੀਜ਼ ਆਉਂਦੇ ਆ। ਦੈਨ ਆਫਟਰ ਦੈਟ ਪਾਰਟ 1 ਓਰੀਐਂਟੇਸ਼ਨ। ਇਹ ਹੁੰਦਾ ਕੀ ਆ, ਜਦੋਂ ਤੁਹਾਡੇ ਡਾਕੂਮੈਂਟ ਤੁਸੀਂ ਉੱਥੇ ਪਹੁੰਚਾ ਦਿੱਤੇ ਹੋਏ ਨੇ ਆਫਰਾ ਦੇ ਵਿੱਚ, ਉੱਥੋਂ ਤੁਹਾਨੂੰ ਇੱਕ ਫਾਈਲ ਆਫਿਸਰ ਅਸਾਈਨ ਹੋ ਜਾਂਦਾ ਆ ਜਾਂ ਉਹ ਕਿਸੇ ਪਰਸਨ ਨੂੰ ਅਥਾਰਟੀ ਦੇ ਦਿੰਦੇ ਨੇ। ਉਹ ਅਥਾਰਟੇਟਿਵ ਪਰਸਨ ਤੁਹਾਨੂੰ ਕਾਲ ਕਰਦਾ ਆ, ਵੀਡੀਓ ਕਾਲ ਕਰਦਾ। ਵੀਡੀਓ ਕਾਨਫਰੰਸ ਹੁੰਦੀ ਆ ਕੈਂਡੀਡੇਟ ਦੇ ਵਿੱਚ ਤੇ ਅਥਾਰਟੀ ਦੇ ਵਿੱਚ। ਉਹਦੇ ਵਿੱਚ ਤੁਹਾਨੂੰ ਉੱਥੋਂ ਆਸਟ੍ਰੇਲੀਆ ਦੀਆਂ ਜਿਹੜੇ ਸਟੈਂਡਰਡ ਨੇ ਹੈਲਥ ਦੇ ਨਾਲ ਰਿਲੇਟਿਡ, ਉਹਤੇ ਕਿਵੇਂ ਕੇਅਰ ਪ੍ਰੋਵਾਈਡ ਕੀਤੀ ਜਾਂਦੀ ਆ ਉਹਦੇ ਬਾਰੇ ਗੱਲ ਕੀਤੀ ਜਾਂਦੀ ਆ। ਆਸਟ੍ਰੇਲੀਆ ਦੇ ਕਲਚਰ ਬਾਰੇ ਗੱਲ ਕੀਤੀ ਜਾਂਦੀ ਆ, ਜੀਓਗ੍ਰਾਫੀ ਬਾਰੇ ਗੱਲ ਕੀਤੀ ਜਾਂਦੀ ਆ। ਐਕਚੁਅਲੀ ਉਹ ਅਸੈਸ ਕਰਦੇ ਨੇ ਕਿ ਤੁਹਾਨੂੰ ਉੱਥੋਂ ਦੀ ਨੌਲੇਜ ਕਿੰਨੀ ਆ, ਤੁਸੀਂ ਉੱਥੇ ਕਿੰਨਾ ਕੁ ਇੰਟਰਸਟ ਰੱਖਦੇ ਹੋ, ਤੁਹਾਨੂੰ ਉੱਥੋਂ ਬਾਰੇ ਕੀ ਪਤਾ ਹੈਗਾ ਆ। ਪਲੱਸ ਉਹ ਰਜਿਸਟਰਡ ਨਰਸ ਦੇ ਰੋਲ ਤੇ ਫੰਕਸ਼ਨ ਵਗੈਰਾ ਵੀ ਤੁਹਾਡੇ ਤੋਂ ਪੁੱਛਦੇ ਨੇ, ਕਿਹਦੇ ਥਰੂ? ਵੀਡੀਓ ਕਾਨਫਰੰਸ ਦੇ ਵਿੱਚ, ਠੀਕ ਹੈ ਜੀ। ਦੈਨ ਨੈਕਸਟ ਵਨ ਇਜ਼ ਪੋਰਟਫੋਲੀਓ। ਇੱਥੇ ਕੀ ਹੁੰਦਾ ਆ, ਇੱਥੇ ਤੁਹਾਡਾ ਰਿਜ਼ਲਟ ਆਉਂਦਾ।
पोर्टफोलियो दे विच तुसीं डॉक्यूमेंट डिटेल जिहड़ी भी दित्ती हुंदी आ ਉਹ ਅਸੈਸ ਹੁੰਦੀ ਆ ਫਾਈਲ ਆਫੀਸਰ ਤੁਹਾਡਾ ਇਹਦੇ ਵਿੱਚ ਇਨਵੋਲਵ ਰਹਿੰਦਾ ਆ ਇਹ ਮੋਰ ਦੈਨ 3 ਮੰਥ ਵੀ ਕਈ ਵਾਰੀ ਲੱਗ ਜਾਂਦੇ ਨੇ ਰਿਜ਼ਲਟ ਆਉਣ ਨੂੰ ਤੇ ਕਈ ਵਾਰ ਕੀ ਹੁੰਦਾ ਕਈ ਕੇਸਿਸ ਦੇ ਵਿੱਚ 1 ਵੀਕ ਦੇ ਵਿੱਚ ਵੀ ਰਿਜ਼ਲਟ ਆ ਜਾਂਦਾ 2 ਵੀਕ ਵੀ ਲੱਗ ਜਾਂਦੇ ਨੇ 3 ਵੀਕ 4 ਵੀਕ 2 ਮੰਥਸ ਜਾਂ 3 ਮੰਥਸ ਓਕੇ ਡਿਪੈਂਡ ਕਰਦਾ ਹੁੰਦਾ ਕਿ ਤੁਹਾਡਾ ਫਾਈਲ ਆਫੀਸਰ ਕਿੰਨੀ ਫਾਸਟਲੀ ਕੰਮ ਕਰ ਰਿਹਾ ਹੈਗਾ ਆ ਠੀਕ ਹੈ ਦੈਨ MCQ ਮਲਟੀਪਲ ਚੋਇਸ ਕੁਐਸਚਨ ਇਹ ਐਕਚੁਅਲੀ ਹੈਗਾ ਕੀ ਆ NCLEX RN ਤੁਸੀਂ ਸੁਣਿਆ ਹੋਊਗਾ ਜਿਹੜਾ ਅਮਰੀਕਾ ਦੇ ਵਿੱਚ ਚੱਲਦਾ ਸੀਗਾ ਇਹ ਹੁਣ OBA ਦੇ ਵਿੱਚ ਇਨਵੋਲਵ ਕਰ ਲਿਆ ਹੋਇਆ ਆ ਆਸਟ੍ਰੇਲੀਆ ਨੇ ਇਹਦੀ ਫੁੱਲ ਫਾਰਮ ਹੁੰਦੀ ਆ ਨੈਸ਼ਨਲ ਕਾਉਂਸਲ ਲਾਇਸੈਂਸਰ ਐਗਜ਼ਾਮੀਨੇਸ਼ਨ ਜਿਹੜਾ ਅਮਰੀਕਾ ਦੁਆਰਾ ਕੰਡਕਟ ਕਰਵਾਇਆ ਜਾਂਦਾ ਹੈ ਇਸ ਦੇ ਵਿੱਚ ਤੁਸੀਂ ਕੀ ਕਰਦੇ ਆ NCLEX RN ਦੀ ਵੈਬਸਾਈਟ ਤੇ ਜਾ ਕੇ ਜਿਹੜੀ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਆ ਉੱਥੇ ਜਾਂਦੇ ਆ ਉੱਥੇ ਤੁਸੀਂ ਆਪਣੀ ਫਾਈਲ ਕ੍ਰੀਏਟ ਕਰਦੇ ਹੋ ਰਜਿਸਟਰ ਕਰਵਾਉਂਦੇ ਹੋ ਆਪਣੇ ਆਪ ਨੂੰ ਤੇ ਉਸ ਟਾਈਮ ਤੇ ਤੁਹਾਨੂੰ ਉੱਥੇ ਫੀ ਪੇ ਕਰਨੀ ਪੈਂਦੀ ਆ ਜਿਹੜੀ ਹੁੰਦੀ ਟੋਟਲ 200 ਤੋਂ ਲੈ ਕੇ 220 ਅਮਰੀਕਨ ਡਾਲਰ ਓਕੇ ਇਹਦੇ ਵਿੱਚ ਤੁਹਾਨੂੰ ਅਗੇਨ ਤੁਹਾਨੂੰ ਅਸੈਸ ਕੀਤਾ ਜਾਂਦਾ ਜਿਹੜੇ ਵੀ ਤੁਸੀਂ ਉੱਥੇ ਡਾਕੂਮੈਂਟਸ ਅਪਲੋਡ ਕੀਤੇ ਨੇ ਉਹ ਤਾਂ ਤੁਹਾਡੇ ਅਸੈਸ ਹੁੰਦੇ ਆ ਤੇ ਨਾਲ ਉੱਥੇ ਇੱਕ ETT ਪ੍ਰੋਡਿਊਸ ਹੁੰਦਾ ETT ਹੁੰਦਾ ਕੀ ਆ ਆਥੋਰਾਈਜੇਸ਼ਨ ਟੂ ਟੈਸਟ ਇੱਕ ਅਥਾਰਟੀ ਮਿਲਦੀ ਆ ਤੁਹਾਨੂੰ ਕਿ ਤੁਸੀਂ ਟੈਸਟ ਦੇ ਸਕਦੇ ਆ ਵਿਦਿਨ 90 ਡੇਜ਼ ਟਾਈਮ ਫਰੇਮ ਦੇ ਵਿੱਚ ਇਹਦੇ ਵਿੱਚ ਤੁਸੀਂ ਫਿਰ ਜਦੋਂ ETT ਪ੍ਰੋਡਿਊਸ ਹੋ ਜਾਂਦਾ ਆ ਤੁਸੀਂ ਇੱਕ ਐਗਜ਼ਾਮ ਡੇਟ ਜਿਹੜੀ ਉਹ ਸਿਲੈਕਟ ਕਰਨੀ ਹੁੰਦੀ ਆ ਤੇ ਆਉਣ ਵਾਲੇ ਜਿਸ ਦਿਨ ETT ਪ੍ਰੋਡਿਊਸ ਹੋਇਆ ਆਉਣ ਵਾਲੇ 90 ਡੇਜ਼ ਦੇ ਵਿੱਚ ਤੁਸੀਂ NCLEX RN ਦੇ ਵਿੱਚ ਅਪੀਅਰ ਹੋਣਾ ਹੁੰਦਾ ਹੈ ਆਈ ਹੋਪ ਸਮਝ ਲੱਗ ਰਹੀ ਹੋਈ ਹੈਗੀ ਆ ਸਾਰਿਆਂ ਨੂੰ ਦੈਨ ਜਦੋਂ ਤੁਸੀਂ ਐਗਜ਼ਾਮ ਦਿੰਦੇ ਆ ਮੰਨ ਲਓ ਤੁਸੀਂ ਅੱਜ ਐਗਜ਼ਾਮ ਦਿੱਤਾ NCLEX RN ਦਾ ਐਗਜ਼ਾਮ ਡੇ ਤੋਂ ਬਾਅਦ 2 ਵੀਕ ਤੋਂ ਲੈ ਕੇ 3 ਵੀਕਸ ਦੇ ਵਿੱਚ ਕੈਂਡੀਡੇਟ ਦਾ ਰਿਜ਼ਲਟ ਆ ਜਾਂਦਾ ਹੈ ਜੇ ਤੁਹਾਡਾ ਰਿਜ਼ਲਟ ਪਾਸ ਆ ਤੁਸੀਂ ਪਾਸ ਹੋ ਗਏ ਆ ਸਕਸੈਸਫੁਲ ਹੋ ਗਏ ਆ ਤਾਂ ਤੁਸੀਂ ਨੈਕਸਟ ਸਟੈਪ ਵਾਸਤੇ ਐਲੀਜੀਬਲ ਹੋ ਜਾਂਦੇ ਹੋ ਜਿਹੜਾ ਹੈਗਾ OSCE ਓਕੇ OSCE ਜਿਹੜਾ OSCE ਦੀ ਫੁੱਲ ਫਾਰਮ ਹੈਗੀ ਆਬਜੈਕਟਿਵ ਸਟਰਕਚਰਡ ਕਲੀਨਿਕਲ ਐਗਜ਼ਾਮ OSCE ਕਹਿੰਦੇ ਆ ਜਿਹੜੀ ਕਿ ਸਿਮੂਲੇਸ਼ਨ ਟੈਕਨੀਕ ਹੋਊਗੀ ਕੋਈ ਪ੍ਰੈਕਟੀਕਲ ਕਰਵਾ ਕੇ ਤੁਹਾਡੇ ਕੋਲ ਦੇਖਣਗੇ ਕਿ ਤੁਹਾਨੂੰ ਕਿੰਨੀ ਕੁ ਨੌਲੇਜ ਆ ਇਹਦਾ ਸੈਂਟਰ ਜਿਹੜਾ ਆ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਹੈਗਾ ਫਿਲਹਾਲ ਐਡੀਲੇਡ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅਕੋਰਡਿੰਗ ਟੂ ਰਿਕੁਆਇਰਮੈਂਟ ਉਹ ਵਧਾ ਵੀ ਸਕਦੇ ਆ ਜਾਂ ਹੋਰ ਜਿਹੜੇ ਉਹਨਾਂ ਦੇ ਏਰੀਆਜ਼ ਨੇ ਉੱਥੇ ਅਲਾਉ ਕੀਤਾ ਜਾ ਸਕਦਾ ਜੇ ਤੁਸੀਂ ਇਹਨੂੰ ਕ੍ਰਾਸ ਕਰ ਜਾਂਦੇ ਆ ਇਹਨੂੰ ਪਾਸ ਕਰ ਜਾਂਦੇ ਆ OSCE ਨੂੰ ਤਾਂ ਫਿਰ ਆਪਣੇ ਆਪ ਹੀ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਆ ਤੁਸੀਂ ਆਸਟ੍ਰੇਲੀਆ ਦੇ RN ਬਣ ਜਾਂਦੇ ਆ ਤੇ ਤੁਹਾਨੂੰ ਅਥਾਰਟੀ ਮਿਲ ਜਾਂਦੀ ਆ ਤੁਸੀਂ ਉਹਨਾਂ ਦੀ ਜਿਹੜੀ ਹੈਲਥ ਫੋਰਸ ਆ ਐਜ਼ ਏ RN ਜੁਆਇਨ ਕਰ ਸਕਦੇ ਆ ਠੀਕ ਹੈ ਜੀ ਹੈਗਾ ਫਾਈਨਲ ਸਟੈਪ ਐਜ਼ ਏ ਰਜਿਸਟਰਡ ਨਰਸ ਇਨ ਆਸਟ੍ਰੇਲੀਆ ਹੋਰ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਤਾਂ ਬਾਕੀ ਰਿਕੁਆਇਰਮੈਂਟਸ ਅਸੀਂ ਦੱਸਦੀਆਂ ਕਿ 6 ਸਟੈਪਸ ਨੇ ਹੋਰ ਸਾਨੂੰ ਆਪਣਾ ਕ੍ਰਿਮੀਨਲ ਹਿਸਟਰੀ ਦੱਸਣੀ ਪੈਂਦੀ ਆ ਪਹਿਲਾਂ ਤੁਸੀਂ ਸੁਣਿਆ ਹੋਊਗਾ ਪਹਿਲਾਂ ਆਪਣੇ ਤੁਹਾਡੇ ਘਰ ਦੇ ਵਿੱਚ ਕਿਸੇ ਵੱਡੇ ਭੈਣ ਭਾਈ ਦੇ ਜੇ ਇਦਾਂ ਡਾਕੂਮੈਂਟਸ ਆਉਂਦੇ ਹੋਣਗੇ ਪੁਲਿਸ ਵੈਰੀਫਿਕੇਸ਼ਨ ਵਾਸਤੇ ਤਾਂ ਤੁਸੀਂ ਆਪਣੇ ਨੀਅਰ ਏਰੀਆ 'ਚ ਜਾਂਦੇ ਸੀਗੇ ਉੱਥੋਂ ਸਾਰਾ ਕੁਝ ਲੈ ਕੇ ਭੇਜਦੇ ਸੀਗੇ ਹੁਣ ਇਹ ਆਨਲਾਈਨ ਹੀ ਹੋ ਜਾਂਦਾ ਸਾਰਾ ਇਹਦੇ ਵਿੱਚ ਇੱਕ ਅਥਾਰਟੀ ਦਿੱਤੀ ਹੋਈ ਆਫਰਾ ਵਾਲਿਆਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਹਿਸਟਰੀ ਚੈੱਕ ਵਾਲਿਆਂ ਨੂੰ ਉਹਦੇ ਅੰਡਰ 2 ਜਿਹੜੇ ਆ ਉਹ ਵੈਂਡਰ ਹੈਗੇ ਨੇ ਇੱਕ ਹੈਗਾ AIS ਐਂਡ ਇੱਕ ਹੈਗਾ ਫਿਟ ਟੂ ਵਰਕ ਆਟੋਮੈਟਿਕ ਆਇਡੈਂਟੀਫਿਕੇਸ਼ਨ ਸਿਸਟਮ ਐਂਡ ਫਿਟ ਟੂ ਵਰਕ ਇਹਨਾਂ ਵਿੱਚੋਂ ਦੋਨਾਂ ਚੋਂ ਤੁਸੀਂ ਕੋਈ ਵੀ ਲੈ ਸਕਦੇ ਆ ਇਹਦੇ ਵਿੱਚ ਕੁਝ ਫਾਰਮ ਹੁੰਦੇ ਨੇ ਉਹ ਤੁਸੀਂ ਫਿਲ ਕਰਦੇ ਆ ਉਹਦੇ ਵਿੱਚ ਤੁਹਾਡੀ ਜਿਹੜੀ ਪਾਸਪੋਰਟ ਇਨਫੋਰਮੇਸ਼ਨ ਆ ਉਹ ਤੁਸੀਂ ਫਿਲ ਕਰੋਗੇ ਇਹ ਵਿਦਿਨ ਕੁਝ ਮਿੰਟਸ ਦੇ ਵਿੱਚ ਤੁਹਾਡੀ ਸਾਰੀ ਹਿਸਟਰੀ ਜਿਹੜੀ ਕ੍ਰੀਏਟ ਕਰਕੇ ਰੱਖ ਦਿੰਦਾ ਆ ਫਿਰ ਇੱਕ ਨੰਬਰ ਦਿੰਦਾ ਆ ਤੁਹਾਨੂੰ ਜਿਹੜਾ ਨੰਬਰ ਤੁਸੀਂ ਆਫਰਾ ਨੂੰ ਭੇਜਣਾ ਹੁੰਦਾ ਆ ਤੇ ਆਫਰਾ ਡਾਇਰੈਕਟ ਇਹਨਾਂ ਦੇ ਨਾਲ ਕੰਟੈਕਟ ਕਰਕੇ ਤੁਹਾਡੀ ਕ੍ਰਿਮੀਨਲ ਹਿਸਟਰੀ ਚੈੱਕ ਕਰਦਾ ਜੇ ਤੁਸੀਂ ਕੋਈ ਕ੍ਰਾਈਮ ਕੀਤਾ ਹੋਵੇ ਜਾਂ ਕਿਤੇ ਨਾ ਕਿਤੇ ਤੁਹਾਡਾ ਰਿਟਨ ਦੇ ਵਿੱਚ ਆਨਲਾਈਨ ਤੁਹਾਡਾ ਰਿਕਾਰਡ ਚੜਿਆ ਹੋਵੇ ਇਹਨਾਂ ਦੇ ਵਿੱਚ ਕ੍ਰਿਮੀਨਲ ਹਿਸਟਰੀ ਦੇ ਵਿੱਚ ਤਾਂ ਤੁਹਾਨੂੰ ਫਿਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਕਾਈਂਡਲੀ ਕਲੀਅਰ ਦਿਸ ਫਿਰ ਬੇਸਿਕ ਐਲੀਜੀਬਿਲਿਟੀ ਦੀ ਗੱਲ ਕਰੀਏ ਕਿ ਕਿਹੜੇ ਪਰਸਨ ਨੇ ਕਿਹੜੇ ਨਰਸਿੰਗ ਪਰਸੋਨਲ ਨੇ ਜਿਹੜੇ ਇਹਦੇ ਵਿੱਚ ਅਪੀਅਰ ਹੋ ਸਕਦੇ ਆ ਤਾਂ ਉਹਦੇ ਵਿੱਚ BSc ਨਰਸਿੰਗ ਕੀਤੀ ਆ ਜਿਨ੍ਹਾਂ ਨੇ ਜਾਂ ਪੋਸਟ ਬੇਸਿਕ BSc ਨਰਸਿੰਗ ਕੀਤੀ ਆ ਜਾਂ MSc ਨਰਸਿੰਗ ਕੀਤੀ ਹੋਈ ਆ ਉਹ ਸਾਰੇ ਐਲੀਜੀਬਲ ਨੇ ਡਿਗਰੀ ਹੋਣੀ ਜ਼ਰੂਰੀ ਹੈਗੀ ਆ ਰਾਈਟ ਉਸ ਤੋਂ ਬਾਅਦ ਬਹੁਤ ਸਾਰੇ ਕੈਂਡੀਡੇਟਸ ਨੂੰ ਇਹ ਥੋੜਾ ਜਿਹਾ ਕਨਫਿਊਜ਼ਨ ਹੈਗੀ ਆ ਕਿ ਉੱਥੇ IELTS ਚੱਲਦਾ ਆ ਜਾਂ OET ਚੱਲਦੀ ਆ ਜਾਂ PTE ਚੱਲਦੀ ਆ ਜਾਂ TOEFL ਚੱਲਦਾ ਆ ਇਹ ਸਾਰੇ ਦੇ ਸਾਰੇ ਇਕੁਅਲੀ ਇੰਪੋਰਟੈਂਟ ਹੈਗੇ ਆ ਕੁਝ ਕਹਿੰਦੇ ਨੇ ਕਿ OET ਰਿਲੇਟਡ ਟੂ ਮੈਡੀਕਲ ਪ੍ਰੋਫੈਸ਼ਨ ਹੁੰਦਾ ਆ
ਤੇ ਇਸ ਕਰਕੇ ਜ਼ਿਆਦਾ ਇੰਪੋਰਟੈਂਟ ਆ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। OET ਜੇ ਤੁਸੀਂ ਦੇਣ ਜਾਂਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਉਹ ਜੋ ਅਸੀਂ ਨਰਸਿੰਗ ਦੇ ਵਿੱਚ ਡਿਜ਼ੀਜ਼ਸ ਪੜ੍ਹਦੇ ਆ ਜਾਂ ਕੁਝ ਵੀ ਆ ਇਹ ਨਰਸਿੰਗ ਚੋਂ ਆ ਜਾਊਗਾ। ਨੋ, ਇਹ ਵੈਟਨਰੀ ਚੋਂ ਆ ਸਕਦਾ ਆ, ਡੈਂਟਲ ਵਾਲਿਆਂ ਦਾ ਆ ਸਕਦਾ ਆ, ਫਿਰ ਇਹ ਫਿਜ਼ੀਓਥੈਰੇਪੀ ਚੋਂ ਆ ਸਕਦਾ ਐਗਜ਼ਾਮ ਦੇ ਵਿੱਚ ਤੁਹਾਨੂੰ ਰੀਡਿੰਗ 'ਚ ਸਪੈਸ਼ਲੀ। ਦੈਨ ਮੈਡੀਕਲ ਦੇ ਨਾਲ ਰਿਲੇਟਡ ਆ ਸਕਦਾ, ਜਿੰਨੇ ਵੀ ਪ੍ਰੋਫੈਸ਼ਨ ਨੇ, ਫਾਰਮੇਸੀ ਦੇ ਨਾਲ ਆ ਸਕਦਾ। ਤੇ ਅਸੀਂ ਸਾਰਿਆਂ ਦੇ ਵਿੱਚ ਐਕਸਪਰਟ ਨਹੀਂ ਹੈਗੇ। ਜ਼ਰੂਰੀ ਨਹੀਂ ਹੈਗਾ ਕਿ ਜਦੋਂ ਤੁਸੀਂ ਪੇਪਰ ਦੇਣ ਜਾਂਦੇ ਆ ਉੱਥੇ ਨਰਸਿੰਗ ਦਾ ਕੰਟੈਂਟ ਆਵੇ, ਉੱਥੇ ਕੋਈ ਵੀ ਆ ਸਕਦਾ। ਇਸ ਕਰਕੇ ਬੀ ਪ੍ਰੀਪੇਅਰਡ। ਫਿਰ ਜੇ ਗੱਲ ਕਰੀਏ ਤੁਸੀਂ IELTS ਐਕੈਡੈਮਿਕ ਵਾਲਾ ਕਰਨਾ ਆ, ਜੇ ਤੁਸੀਂ ਇਹਦੇ 'ਚ ਇੰਟਰਸਟਡ ਹੈਗੇ ਆ ਤਾਂ IELTS ਦਾ ਰਿਜ਼ਲਟ ਤੁਹਾਨੂੰ ਮਿਲ ਜਾਂਦਾ 13 ਵੀਕਸ ਦੇ ਵਿੱਚ। 13 ਵਰਕਿੰਗ ਡੇ ਦੇ ਵਿੱਚ, 13 ਵਰਕਿੰਗ ਡੇਜ਼, 13 ਦਿਨਾਂ ਦੇ ਵਿੱਚ। ਤੇ OET ਦਾ ਰਿਜ਼ਲਟ ਆਉਣ ਨੂੰ 30 ਡੇਜ਼ ਲੱਗ ਜਾਂਦੇ ਨੇ, 1 ਮਹੀਨਾ। PT ਦੇ 5 ਵਰਕਿੰਗ ਡੇਜ਼ ਦੇ ਵਿੱਚ ਰਿਜ਼ਲਟ ਆਉਂਦਾ ਆ। ਤੇ ਇੱਕ TOEFL ਵਾਲਾ ਟੈਸਟ ਵੀ ਹੈਗਾ ਜਿਹਦਾ 6 ਵਰਕਿੰਗ ਡੇਜ਼ ਦੇ ਵਿੱਚ ਟੈਸਟ ਹੁੰਦਾ ਆ। ਜਿਵੇਂ PT ਤੇ TOEFL ਆ ਜਿਹੜੇ ਇਹ ਕੰਪਿਊਟਰਾਈਜ਼ਡ ਟੈਸਟ ਨੇ, ਵਿਦਿਨ 2.5 ਤੋਂ ਲੈ ਕੇ 3 ਘੰਟੇ ਦੇ ਵਿੱਚ ਇਹਦਾ ਕੰਮ ਖਤਮ। ਸਾਰੇ ਮੋਡਿਊਲ ਸਪੀਕਿੰਗ, ਰਾਈਟਿੰਗ, ਰੀਡਿੰਗ, ਲਿਸਨਿੰਗ, ਇੱਕੇ ਦਿਨ ਜਾਣਾ ਆ ਤੁਸੀਂ, 2-2.5 ਘੰਟਿਆਂ ਦੇ ਵਿੱਚ ਕੰਮ ਖਤਮ। ਫਿਰ ਜਿਹੜਾ OET ਆ ਇਹ ਤੁਹਾਡਾ ਰਿਟਨ ਵਾਲਾ ਹੁੰਦਾ ਆ। ਇਹਦੇ ਵਿੱਚ ਜਿਵੇਂ ਸਪੀਕਿੰਗ IELTS ਦੀ ਡਿਫਰੈਂਟ ਡੇ ਆਉਂਦੀ ਆ, ਬਟ ਇਹਦੇ ਵਿੱਚ ਜਿਹੜੇ ਸੈਂਟਰ ਆ ਉਹ ਦੂਰ ਹੁੰਦੇ ਨੇ। ਜਿਵੇਂ ਪਹਿਲਾਂ ਹੁਣ ਮੇ ਵੀ ਅੰਮ੍ਰਿਤਸਰ ਵੀ ਬਣ ਗਿਆ ਆ, ਪਹਿਲਾਂ ਇਹ ਹੁੰਦਾ ਸੀਗਾ ਗੁਰੂਗ੍ਰਾਮ ਵਾਲੀ ਸਾਈਡ ਤੇ। ਉੱਥੇ ਕੀ ਹੁੰਦਾ, ਜਿਸ ਦਿਨ ਤੁਹਾਡਾ ਐਗਜ਼ਾਮ ਆ ਪਹਿਲਾਂ ਤੁਸੀਂ ਰਾਈਟਿੰਗ, ਰੀਡਿੰਗ ਤੇ ਲਿਸਨਿੰਗ ਅਟੈਂਡ ਕਰਦੇ ਆ, ਉਸ ਤੋਂ ਬਾਅਦ ਤੁਹਾਨੂੰ ਸਪੀਕਿੰਗ ਵਾਸਤੇ ਬੁਲਾਇਆ ਜਾਂਦਾ ਆ। ਤੇ IELTS ਦਾ ਤੁਸੀਂ ਜਾਣਦੇ ਆ ਕਿ ਹਫਤੇ ਦੇ 1 ਵੀਕ ਪਹਿਲਾਂ ਵੀ ਆ ਸਕਦੀ ਆ ਸਪੀਕਿੰਗ ਤੇ 1 ਵੀਕ ਬਾਅਦ ਵੀ ਆ ਸਕਦੀ ਆ। ਤੇ ਜੇ ਇਹਦੇ ਐਕਸਪੈਂਡੀਚਰ ਦੀ ਗੱਲ ਕਰੀਏ ਇਹਦੇ ਟੈਸਟ ਫੀਸ ਦੀ, ਤਾਂ IELTS ਦੀ ਹੈਗੀ ਹੋ ਗਈ ਆ ਹੁਣ 14,000, OET ਦੀ ਅਪਰੋਕਸੀਮੇਟਲੀ 30,000। ਇਹ ਐਕਚੁਅਲੀ ਡਾਲਰਸ ਦੇ ਵਿੱਚ ਹੁੰਦੀ ਆ ਤੇ ਉਹਦਾ ਰੇਟ ਅਪ ਡਾਊਨ ਚੱਲਦਾ ਰਹਿੰਦਾ। ਤੇ PT ਦੀ ਹੈਗੀ 13,300, TOEFL ਦੀ 12,750 ਅਪਰੋਕਸੀਮੇਟਲੀ, ਬਿਕੋਜ਼ ਇਹਦੇ ਵੀ ਜਿਹੜੇ ਸਾਨੂੰ ਡਾਲਰਸ ਦੇ ਵਿੱਚ ਪੇ ਕਰਨਾ ਪੈਂਦਾ ਆ। ਫਾਈਨ, ਜਿਹੜਾ ਇਹਦੇ ਵਿੱਚੋਂ ਤੁਸੀਂ ਕੰਫਰਟੇਬਲ ਸਮਝੋ, ਜਿਹਦੇ ਵਿੱਚ ਤੁਸੀਂ ਈਜ਼ੀ ਫੀਲ ਕਰਦੇ ਆ, ਉਹਨੂੰ ਅਡਾਪਟ ਕਰੋ। ਇਹ ਸਾਰੇ ਇਕੁਅਲੀ ਇੰਪੋਰਟੈਂਟ ਹੈਗੇ ਆ, ਇਕੁਅਲੀ ਉੱਥੇ ਤੁਹਾਨੂੰ ਡੀਲ ਕੀਤਾ ਜਾਂਦਾ। ਬਸ ਤੁਸੀਂ ਜਿਹੜੇ ਸਕੋਰ ਹੈਗੇ ਆ 7 7 7 7 7 ਈਚ ਸਾਰਿਆਂ ਚੋਂ ਲਿਆਉਣੇ ਆ। ਇਹ ਕਿੰਨੇ ਦੇ ਬਣਦੇ ਨੇ ਉਹ ਵੀ ਮੈਂ ਤੁਹਾਨੂੰ ਥੋੜਾ ਦੱਸੂਗੀ। ਅੱਛਾ ਜੀ, ਜੇ ਆਪਾਂ IELTS ਦੀ ਗੱਲ ਕਰੀਏ ਤਾਂ IELTS ਦੇ ਵਿੱਚ ਸਾਨੂੰ 7 ਸਕੋਰ ਲੈਣੇ ਹੋਣਗੇ। IELTS ਦੇ ਵਿੱਚ 7, TOEFL ਦੇ ਵਿੱਚ 94 ਪੁਆਇੰਟ, ਔਰ PT ਐਕੈਡੈਮਿਕ, ਇੰਡੀਆ ਦੇ ਵਿੱਚ ਐਕੈਡੈਮਿਕ ਜਾਂ ਉਧਰ ਐਕਸੈਪਟੇਬਲ ਐਕੈਡੈਮਿਕ 65 ਹੋਣਗੇ। ਤੇ ਜੇ ਆਪਾਂ OET ਦੀ ਗੱਲ ਕਰੀਏ ਤਾਂ OET ਦਾ ਸਾਨੂੰ B ਗ੍ਰੇਡ ਲੈਣਾ ਹੋਊਗਾ। B ਗ੍ਰੇਡ ਇਕੁਅਲ ਟੂ 7 ਬੈਂਡ। B ਗ੍ਰੇਡ ਸਾਰਿਆਂ ਚੋਂ 65 ਸਾਰੇ ਮੋਡਿਊਲਸ ਦੇ ਵਿੱਚੋਂ, ਲਿਸਨਿੰਗ, ਰਾਈਟਿੰਗ, ਰੀਡਿੰਗ ਐਂਡ ਵਨ ਮੋਰ ਸਪੀਕਿੰਗ, ਸਾਰਿਆਂ ਚੋਂ 65 ਤੁਸੀਂ ਲੈਣੇ ਹੋਣਗੇ। ਇਹ 4 ਨੇ ਜਿਹੜੇ ਇਕੁਅਲੀ ਇੰਪੋਰਟੈਂਟ ਹੈਗੇ ਆ। ਠੀਕ ਹੈ। ਦੈਨ ਦ ਨੈਕਸਟ, ਜੇ ਆਪਾਂ ਐਕਸਪੀਰੀਅੰਸ ਦੀ ਗੱਲ ਕਰੀਏ ਕਿ ਕਿੰਨਾ ਕੁ ਐਕਸਪੀਰੀਅੰਸ ਇਹ ਮੰਗਦੇ ਨੇ, ਇਹ ਬਹੁਤ ਮਿਨੀਮਮ ਐਕਸਪੀਰੀਅੰਸ ਦੇ ਨਾਲ ਤੁਹਾਡਾ ਕੰਮ ਚੱਲ ਜਾਂਦਾ। ਲਾਸਟ 5 ਇਅਰਸ ਦੇ ਵਿੱਚ ਤੁਸੀਂ 3 ਮੰਥ ਐਕਸਪੀਰੀਅੰਸ ਸ਼ੋ ਕਰਨਾ, 3 ਮੰਥਸ ਦਾ। ਤੇ ਜਿਵੇਂ ਜਿਹੜੇ ਹੁਣ ਰੀਸੈਂਟਲੀ ਸਟੂਡੈਂਟਸ ਇੰਟਰਸਟਡ ਨੇ ਆਸਟ੍ਰੇਲੀਆ ਵਾਸਤੇ ਤੇ ਐਗਜ਼ਾਮ ਦੇ ਵਿੱਚ, ਯੂਨੀਵਰਸਿਟੀ ਐਗਜ਼ਾਮਸ ਦੇ ਵਿੱਚ ਅਪੀਅਰ ਹੋ ਰਹੇ ਨੇ, ਤੁਸੀਂ ਐਵੇਂ ਕਰਨਾ, ਨਿਕਲਦੇ ਸਾਰੀ ਕਲੀਨਿਕਲ ਜੁਆਇਨ ਕਰੋ। ਆਪਣਾ ਨਾਲ ਉੱਥੇ ਇੰਗਲਿਸ਼ ਦਾ ਜਿਹੜਾ ਵੀ ਤੁਹਾਨੂੰ ਟੈਸਟ ਵਧੀਆ ਲੱਗਦਾ ਆ ਉਹਦੇ 'ਚ ਅਪੀਅਰ ਹੋਵੋ। ਉਹਨੂੰ 7 ਈਚ ਦੇ ਬਰਾਬਰ ਕਰ ਲਓ। ਜਿਹਦੇ ਵਿੱਚ ਵੀ ਤੁਸੀਂ ਇੰਟਰਸਟਡ ਆ 7 ਈਚ ਦੇ ਇਕੁਅਲ ਕਰੋ। ਇੱਧਰ ਨਾਲ ਆਪਣਾ ਕਲੀਨਿਕਲ ਐਕਸਪੀਰੀਅੰਸ ਚੱਲਦਾ ਰਹਿਣ ਦਿਓ। ਜਿਹੜੇ ਵੀ ਤੁਹਾਨੂੰ ਸਟੈਪਸ ਪਤਾ ਲੱਗ ਗਏ ਨੇ ਜਾਂ ਜਿਹੜੇ ਵੀ ਸਟੈਪਸ ਨਾਲ ਤੁਸੀਂ ਡੀਲ ਕਰਨਾ ਹੈ ਉਹਦੀ ਤਿਆਰੀ ਕਰੀ ਜਾਓ, ਐਗਜ਼ਾਮ ਦੇਈ ਜਾਓ। ਆਪਣਾ ਕੈਲੀਬਰ ਆਪੇ ਬਣਾਓ। ਇਹ ਵਧੀਆ ਹੈਗਾ। ਜੇ ਤੁਸੀਂ MSc ਕਰਨ ਜਾਂਦੇ ਆ ਉਧਰ ਜਾਂ BSc ਅਗੇਨ ਕਰਦੇ ਆ, ਉਹ ਘਰਦਿਆਂ ਦੇ ਉੱਪਰ ਫਾਈਨੈਂਸ਼ੀਅਲੀ ਲੋਡ ਆ ਜਿਹੜਾ ਬਹੁਤ ਆ ਜਾਂਦਾ। ਇਹਦੇ ਵਿੱਚ ਕੀ ਹੋਊਗਾ, ਤੁਸੀਂ ਉਧਰ ਜਾਓਗੇ, ਇਹ ਸਾਰੇ ਕ੍ਰੋਸ ਕਰਨ ਤੋਂ ਬਾਅਦ ਤੁਸੀਂ ਸਿੱਧੇ ਦਾ ਡਾਇਰੈਕਟ ਹੀ ਇੱਕ ਸਪੋਰਟ ਸਿਸਟਮ ਬਣ ਸਕਦੇ ਆ, ਫਾਈਨੈਂਸ਼ੀਅਲੀ ਸਪੋਰਟ ਸਿਸਟਮ ਬਣ ਸਕਦੇ ਆ ਆਪਣੀ ਫੈਮਿਲੀ ਦਾ, ਰਾਈਟ। ਦੈਨ ਇੱਕ ਗੁੱਡ ਚੀਜ਼ ਕੀ ਹੈਗੀ OBH 'ਚ, ਜਦੋਂ ਤੁਸੀਂ ਇਹਦਾ ਪ੍ਰੋਸੈਸ ਸਟਾਰਟ ਕਰਨਾ ਆ, ਸਟਾਰਟਿੰਗ ਦੇ ਵਿੱਚ ਤੁਹਾਨੂੰ ਆਹ ਜਿਹੜੀ ਇੰਗਲਿਸ਼ ਲੈਂਗੁਏਜ ਦਾ ਟੈਸਟ ਆ ਇਹਦੀ ਰਿਕੁਆਇਰਮੈਂਟ ਸਟਾਰਟਿੰਗ 'ਚ ਨਹੀਂ ਆ। ਇਹ 1-2 ਸਟੈਪ ਨਿਕਲ ਜਾਣਗੇ, ਫਿਰ ਤੁਹਾਨੂੰ ਇਹਦੀ ਜ਼ਰੂਰਤ ਪਵੇਗੀ। ਟਾਈਮ ਸੇਵ ਕਰੋ। ਦੈਨ ਜੇ ਫੀ ਦੀ ਗੱਲ ਕਰੀਏ ਤਾਂ OBH ਸਾਨੂੰ ਫੀ ਕਿੰਨੀ ਚਾਹੀਦੀ ਹੈ, ਜਿਹੜੀ ਵੀ ਇੱਥੇ ਰਿਟਰਨ 'ਚ ਹੈਗੀ ਆ, ਇਹ ਵੱਧ ਸਕਦੀ ਆ, ਘੱਟ ਤਾਂ ਨਹੀਂ ਸਕਦੀ, ਵੱਧ ਸਕਦੀ ਆ।
पर ज़्यादा नहीं, जिवें $20 हो गए या $30 हो गए, मैक्सीमम 50, इस तो ज़्यादा नहीं। ਜਦੋਂ ਤੁਸੀਂ ਐਪਲੀਕੇਸ਼ਨ ਲੌਂਚ ਕਰਦੇ ਆ, ਡਾਕੂਮੈਂਟ ਭੇਜਣਾ ਸ਼ੁਰੂ ਕਰਦੇ ਆ ਆਫਰਾ ਨੂੰ, ਉਸ ਟਾਈਮ ਤੇ ਤੁਹਾਨੂੰ $640 ਦੇਣੇ ਹੁੰਦੇ ਆ। ਉਸ ਤੋਂ ਬਾਅਦ ਤੁਸੀਂ ਐਨਕਲੈਕਸ ਆ ਰਹਿੰਦਾ ਜਿੱਥੇ ਤੁਸੀਂ ਰਜਿਸਟ੍ਰੇਸ਼ਨ ਕਰਵਾਣੀ ਆ ਉਹਨਾਂ ਦੀ ਵੈਬਸਾਈਟ ਤੇ, ਉਸ ਟਾਈਮ ਤੇ $350 ਪਲੱਸ ਟੈਕਸ ਇਹ ਤੁਸੀਂ ਪੇ ਕਰੋਗੇ ਜਿੰਨਾ ਵੀ ਉੱਤੇ ਰਿਕੁਆਇਰਡ ਆ ਟੈਕਸ। ਦੈਨ ਔਸਕੀ ਫੀ ਆ ਜਿਹੜੀ $4000 ਹੈਗੀ ਆ। ਜੇ ਤੁਸੀਂ ਇੱਕ ਟਾਈਮ 'ਚ ਹੀ ਨਿਕਲ ਜਾਂਦੇ ਆ ਤਾਂ ਡਨ, ਵੈਲ ਡਨ, ਕੰਗ੍ਰੈਚੁਲੇਸ਼ਨ। ਜੇ ਤੁਸੀਂ ਨਹੀਂ ਗਏ ਨਿਕਲ ਸਕੇ ਤਾਂ ਹਰ ਇੱਕ ਸਿਟਿੰਗ ਦੇ ਐਵਰੀ ਟਾਈਮ ਜਦੋਂ ਵੀ ਤੁਹਾਡੀ ਸਿਟਿੰਗ ਹੋਊਗੀ ਔਸਕੀ ਦੀ ਤਾਂ ਤੁਹਾਨੂੰ $4000 ਪੇ ਕਰਨੇ ਹੋਣਗੇ। ਓਕੇ, ਅਗੇਨ ਜੇ ਆਪਾਂ ਇਹਦੀ ਗੱਲ ਕਰੀਏ ਕਿਹੜੇ ਕਿਹੜੇ ਸਟੈਪ ਆਏ ਸੀਗੇ। ਫਸਟ ਆਫ ਆਲ ਰਜਿਸਟਰ ਹੋਵੋਗੇ ਆਫਰਾ ਵੈਬਸਾਈਟ ਤੇ। ਵੈਬਸਾਈਟ ਦਾ ਨਾਮ ਹੈਗਾ www.afra.gov.au। ਦੈਨ ਨੈਕਸਟ ਸਟੈਪ ਹੋਊਗਾ ਸੈਲਫ ਚੈੱਕ, ਤੁਸੀਂ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ। ਦੈਨ ਪੇ ਫॉर ਅਸੈਸਮੈਂਟ ਫੀ $640 ਤੇ ਪੇ ਕਰਨੇ ਹੋਣਗੇ। ਫਿਰ ਤੁਹਾਡੀ ਓਰੀਐਂਟੇਸ਼ਨ ਪਾਰਟ 1 ਹੋਊਗਾ ਜਿਹਦੇ ਵਿੱਚ ਤੁਹਾਡੀ ਵੀਡੀਓ ਕਾਨਫਰੰਸਿੰਗ ਸੀਗੀ ਤੁਹਾਡੇ ਅਥਾਰਟੀ ਦੇ ਨਾਲ, ਆਫਰਾ ਵੱਲੋਂ ਜਿਹੜਾ ਵੀ ਅਸਾਈਨ ਪਰਸਨ ਹੋਊਗਾ ਉਹਦੇ ਵਿੱਚ ਤੁਹਾਨੂੰ ਆਸਟ੍ਰੇਲੀਆ ਬਾਰੇ ਪੁੱਛਣਗੇ, ਉਥੋਂ ਦੀ ਜੀਓਗ੍ਰਾਫੀ, ਉਥੋਂ ਦੇ ਲੋਕ, ਉਥੋਂ ਦੀ ਹੈਲਥ ਕੇਅਰ ਸਿਸਟਮ ਕਿਵੇਂ ਦਾ ਆ। ਫਿਰ ਪੋਰਟਫੋਲੀਓ ਦੇ ਵਿੱਚ ਤੁਹਾਡਾ ਸਰਟੀਫਾਈਡ ਟਰੂ ਕਾਪੀ ਜਿਹੜੀਆਂ ਵੀ ਜੋ ਵੀ ਤੁਹਾਡੇ ਕੋਲ ਅਵੇਲੇਬਲ ਆ, ਜਿਹੜੀ ਵੀ ਰਿਪੋਰਟ ਅਵੇਲੇਬਲ ਆ, ਜਿਹੜੀ ਵੀ ਡਾਕੂਮੈਂਟ ਅਵੇਲੇਬਲ ਆ ਉਹਨਾਂ ਨੂੰ ਤੁਸੀਂ ਭੇਜੋਗੇ। ਫਿਰ MCQ ਜਿਹਨੂੰ ਐਨਕਲੈਕਸ ਵੀ ਕਹਿੰਦੇ ਆ ਉਹ ਸ਼ਡਿਊਲ ਕਰੋਗੇ, ਪੇਮੈਂਟ ਕਰੋਗੇ, ਅਵੇਲੇਬਿਲਿਟੀ ਦੇਖੋਗੇ ਡੇਟਸ ਦੀ, ਤੇ ਫਿਰ ਤੁਸੀਂ ਅਪੀਅਰ ਹੋਵੋਗੇ। ਉਸ ਤੋਂ ਬਾਅਦ ਐਡੀਲੇਡ ਦੇ ਵਿੱਚ ਜਾ ਕੇ ਤੁਹਾਨੂੰ ਔਸਕੀ ਦੇ ਵਿੱਚ ਅਪੀਅਰ ਹੋਣਾ ਹੋਊਗਾ। ਫਿਰ ਰਜਿਸਟ੍ਰੇਸ਼ਨ ਹੋਊਗੀ, ਜਦੋਂ ਰਜਿਸਟ੍ਰੇਸ਼ਨ ਹੋਣੀ ਆ ਤਾਂ ਉਦੋਂ ਉਸ ਟਾਈਮ ਤੇ ਤੁਸੀਂ ਸਾਰੇ ਜਿਹੜੇ ਡਾਕੂਮੈਂਟ ਆ ਜਿੱਥੇ ਕੰਮ ਕਰਦੇ ਰਹੇ ਆ ਉਹ ਇੱਕ ਗੁੱਡ ਸਟੈਂਡਿੰਗ ਡਾਕੂਮੈਂਟ ਹੁੰਦਾ ਜਿਹੜੀ ਸਟੇਟ ਨਰਸਿਸ ਐਸੋਸੀਏਸ਼ਨ ਹੁੰਦੀਆਂ ਨੇ ਉਹ ਇਸ਼ੂ ਕਰਦੀਆਂ ਨੇ। ਜਿਵੇਂ ਪੰਜਾਬ ਵਾਲੇ ਆ ਜਿਹੜੇ ਇਹ ਮੁਹਾਲੀ ਤੋਂ PNRC ਤੋਂ ਕਰਵਾਉਣਗੇ। ਦੈਨ ਸਰਟੀਫਿਕੇਟ ਨੇ ਜਿਹੜੇ ਤੁਹਾਡੇ ਰਜਿਸਟ੍ਰੇਸ਼ਨ ਦੇ, ਜਦੋਂ ਵੀ ਤੁਸੀਂ ਜੁਆਇਨ ਕਰੋਗੇ ਨਾ, ਜਿਹੜੇ ਫਰੈਸ਼ਰ ਨੇ, ਜਦੋਂ ਤੁਸੀਂ ਕਲੀਨਿਕਲ ਜੁਆਇਨ ਕਰਨਾ, ਰਿਜ਼ਲਟ ਆਉਣ ਤੋਂ ਬਾਅਦ ਆਪਣੀ ਡਿਗਰੀ ਪਹਿਲਾਂ ਹੀ ਕਢਵਾ ਲਿਆਇਓ ਯੂਨੀਵਰਸਿਟੀ ਤੋਂ। ਉੱਥੇ ਇੱਕ ਫਾਰਮ ਡਾਊਨਲੋਡ ਕਰ ਸਕਦੇ ਆ ਤੁਸੀਂ ਯੂਨੀਵਰਸਿਟੀ ਵੈਬਸਾਈਟ ਤੋਂ। ਉੱਥੇ ਫੀ ਲੱਗਦੀ ਆ ਕੋਈ 4000 ਪਲੱਸ ਮੇ ਬੀ ਹੁਣ ਘੱਟ ਵੱਧ ਗਈ ਹੋਵੇ, ਉਹ ਤੁਸੀਂ ਚੈੱਕ ਕਰ ਲੈਣਾ ਆਪਣੇ ਆਪ ਹੀ। ਉੱਥੋਂ ਤੁਸੀਂ ਅਪਲਾਈ ਕਰਕੇ ਆਉਂਗੇ ਤਾਂ 1 ਵੀਕ ਜਾਂ 2 ਵੀਕਸ ਦੇ ਵਿੱਚ ਤੁਹਾਨੂੰ ਡਿਗਰੀ ਮਿਲ ਜਾਊਗੀ। ਉਸ ਤੋਂ ਬਾਅਦ ਫਿਰ ਤੁਸੀਂ ਰਜਿਸਟ੍ਰੇਸ਼ਨ ਵਾਸਤੇ ਅਪਲਾਈ ਕਰੋਗੇ, ਉਹ ਵੀ ਪਰਸਨਲ ਲੈਵਲ ਤੇ ਹੀ ਕਰ ਲੈਣਾ ਕਿਉਂਕਿ ਸਾਰੇ ਕਾਲਜਿਸ ਦੀਆਂ ਇਕੱਠੀਆਂ ਹੋਣ ਤੇ ਟਾਈਮ ਲੱਗ ਜਾਂਦਾ। ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਮਸਟ ਹੋਊਗਾ, ਇੰਡੀਆ ਵਾਲਾ ਵੀ, ਜਿਹੜਾ PNRC ਨੇ ਜਾਂ ਸਟੇਟ ਕਾਉਂਸਲ ਨੇ ਤੁਹਾਨੂੰ ਇਸ਼ੂ ਕਰਨਾ ਆ। ਉਸ ਤੋਂ ਬਾਅਦ ਜਿਹੜੀ ਤੁਹਾਡੀ ਡਿਗਰੀ ਆ ਉਹ ਆਲਰੇਡੀ ਆਪਾਂ ਗੱਲ ਕਰ ਲਈ, ਤੁਸੀਂ ਕਢਵਾ ਲਈ ਹੋਈ ਗੱਲਾਂ 'ਚ। ਫਿਰ ਲੈਂਗੁਏਜ ਟੈਸਟ ਸਾਰੇ ਇਕੁਅਲੀ ਇੰਪੋਰਟੈਂਟ ਆ। ਜਿਹੜਾ ਵੀ ਚੰਗਾ ਲੱਗਦਾ ਆ, ਆਇਲਸ ਵਧੀਆ ਲੱਗਦਾ, PT ਵਧੀਆ ਲੱਗਦੀ, ਟੋਫਲ ਵਧੀਆ ਲੱਗਦਾ ਜਾਂ OET ਪਸੰਦ ਆ, ਜਿਹੜੀ ਵੀ ਵਧੀਆ ਲੱਗਦੀ ਆ 7 ਈਚ ਲੈ ਲਓ। ਫਿਰ ਕ੍ਰਿਮੀਨਲ ਚੈੱਕ ਜਿਹੜੀ ਆਪਾਂ ਗੱਲ ਕੀਤੀ ਸੀਗੀ AIS ਇੰਟਰਨੈਸ਼ਨਲ ਵਾਲਿਆਂ ਨੇ ਆਨਲਾਈਨ ਤੁਹਾਨੂੰ ਚੈੱਕ ਕਰਕੇ ਦੇ ਦੇਣਾ ਆ। ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਉੱਥੇ ਜਾਣ ਲੱਗਣਾ ਕੋਈ ਇੰਸ਼ੋਰੈਂਸ ਜਿਹੜੀਆਂ ਵੀ ਹੋਣਗੀਆਂ ਉਹ ਕਰਵਾਉਣੀਆਂ ਹੁੰਦੀਆਂ ਨੇ। I hope this video helpful for you. Thank you very much.